ਧੰਨ ਧੰਨ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈਓ, ਪਰਮ ਪਿਤਾ ਪ੍ਰਮਾਤਮਾ ਅਨੇਕ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਸਮਾਇਆ ਹੋਇਆ ਹੈ। ਇਹ ਨਹੀਂ ਹੈ ਕਿ ਪ੍ਰਮਾਤਮਾ ਕਿਸੇ ਇੱਕ ਜਗ੍ਹਾ ਤੇ ਬੈਠਾ ਹੈ। ਸਤਿਗੁਰ ਜੀ ਫਰਮਾਉਂਦੇ ਭਾਈ ਇਹ ਵੀ ਨਹੀਂ ਹੈ ਕਿ ਭਾਈਓ ਕਿਸੇ ਇੱਕ ਇਨਸਾਨ ਦੇ ਵਿੱਚ ਹੀ ਹੈ। ਸਤਿਗੁਰ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਹਰ ਜੀਵ ਦੇ ਵਿੱਚ ਉਹ ਪਰਮ ਪਿਤਾ ਪ੍ਰਮਾਤਮਾ ਆ। ਕੋਈ ਵੀ ਐਸਾ ਜੀਵ ਨਹੀਂ ਹੈ ਜਿਸ ਦੇ ਅੰਦਰ ਉਹ ਪਰਮ ਪਿਤਾ ਪ੍ਰਮਾਤਮਾ ਦੀ ਜੋਤ ਨਾ ਜਗਦੀ ਹੋਵੇ। ਉਹ ਸਾਰੇ ਸੰਸਾਰ ਦੇ ਵਿੱਚ ਸਮਾਇਆ ਹੋਇਆ ਹੈ। ਤੇ ਭਾਈ ਜੋ ਇਨਸਾਨ ਸੱਚ ਦੇ ਮਾਰਗ ਤੇ ਚੱਲਦਾ ਆ, ਉਹ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰਕੇ ਉਸ ਨਾਲ ਅਭੇਦ ਹੋ ਜਾਂਦਾ ਹੈ। ਫਿਰ ਉਸ ਦੀ ਬਰਾਬਰੀ ਕੋਈ ਨਹੀਂ ਜੇ ਕਰ ਸਕਦਾ। ਤੇ ਸਾਧ ਸੰਗਤ ਜੀ, ਐਸੇ ਪ੍ਰਭੂ ਦਾ ਨਾਮ ਜਪ ਕੇ ਸਤਿਗੁਰੂ ਨਾਮਦੇਵ ਜੀ, ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ, ਉਹ ਇਸ ਭਵ ਸਾਗਰ ਤੋਂ ਤਰੇ। ਤਿੰਨਾਂ ਲੋਕਾਂ ਦੇ ਵਿੱਚ ਉਹਨਾਂ ਦੀ ਮਹਿਮਾ ਹੋਈ। ਅੱਜ ਵੀ ਇਹ ਜੋ ਸੰਸਾਰ ਹੈ ਨਮਸਕਾਰਾਂ ਕਰਦਾ ਹੈ। ਸਤਿਗੁਰ ਰਵਿਦਾਸ ਮਹਾਰਾਜ ਜੀ, ਸਤਿਗੁਰ ਕਬੀਰ ਸਾਹਿਬ ਮਹਾਰਾਜ, ਸਤਿਗੁਰ ਨਾਮਦੇਵ ਜੀ, ਸਤਿਗੁਰ ਸੈਨ ਜੀ, ਸਤਿਗੁਰ ਸਤਨਾ, ਸਤਿਗੁਰ ਤ੍ਰਿਲੋਚਨ ਜੀ, ਪਰਮ ਪਿਤਾ ਪ੍ਰਮਾਤਮਾ ਦਾ ਨਾਮ ਜਪ ਕੇ ਸੱਚ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕੀਤਾ। ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਭਾਈ, ਅਨੇਕਾਂ ਜੀਵਾਂ ਨੂੰ ਤਾਰਿਆ, ਅੱਜ ਵੀ ਤਾਰ ਰਹੇ ਨੇ। ਵੇਦ ਵਿਆਸ ਜੀ, ਸਨਕ ਜੀ ਨੇ ਵੀ ਉਸ ਪ੍ਰਮਾਤਮਾ ਦੀ ਉਸਤਤ ਕੀਤੀ ਹੈ ਭਾਈ। ਤੇ ਜੋ ਸੱਚ ਦੇ ਮਾਰਗ ਤੇ ਚੱਲਦਾ, ਸਤਿਗੁਰ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਉਸ ਦਾ ਜੀਵਨ ਤਰਦਾ ਹੀ ਹੈ। ਹਰ ਜਪਤ ਤੇਉ ਜਨਾ ਪਦਮ ਕਵਲਾਸ ਪਤ, ਤਾਸ ਸਮਤੁਲ ਨਹੀਂ ਆਨ ਕੋ। ਏਕ ਹੀ ਏਕ ਅਨੇਕ ਹੋਏ ਵਿਸਤਰਿਓ, ਆਨ ਰੇ ਆਨ ਭਰਪੂਰ ਸੋ ਰਹਾਉ। ਸਤਿਗੁਰ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਜੋ ਜੀ ਪ੍ਰਮਾਤਮਾ ਦਾ ਨਾਮ ਜਪਦੇ ਨੇ, ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਨੇ, ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ, ਭਾਵ ਸੱਚ ਦੇ ਮਾਰਗ ਤੇ ਚੱਲਦੇ ਨੇ। ਸਤਿਗੁਰ ਜੀ ਫਰਮਾਉਂਦੇ ਨੇ ਭਾਈ ਉਹਨਾਂ ਦੀ ਜੋ ਬਰਾਬਰੀ ਹੈ ਉਹ ਵੱਡੇ ਵੱਡੇ ਦੇਵੀ ਦੇਵਤਾ ਵੀ ਨਹੀਂ ਜੇ ਕਰ ਸਕਦੇ। ਉਹ ਪ੍ਰਮਾਤਮਾ ਇੱਕ ਹੈ ਅਤੇ ਇੱਕ ਤੋਂ ਅਨੇਕ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਵਿਆਪਕ ਹੈ। ਹਰ ਜਪਤ ਤੇਉ ਜਨਾ ਪਦਮ ਕਵਲਾਸ ਪਤ, ਤਾਸ ਸਮਤੁਲ ਨਹੀਂ ਆਨ ਕਉ। ਕਿ ਭਾਈ ਜੋ ਸੱਚ ਦੇ ਮਾਰਗ ਤੇ ਚੱਲਦਾ ਆ, ਜੋ ਆਪਣੇ ਅੰਦਰ ਬੈਠੇ ਪਰਮ ਪਿਤਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਸਾਧ ਸੰਗਤ ਜੀ, ਸਤਿਗੁਰ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਐਸੇ ਮਹਾਨ ਪੁਰਸ਼ ਦੀ ਜੋ ਬਰਾਬਰੀ ਹੈ ਉਹ ਦੇਵੀ ਦੇਵਤਾ, ਵੱਡੇ ਵੱਡੇ ਦੇਵਤਾ ਵੀ ਨਹੀਂ ਜੇ ਕਰ ਸਕਦੇ। ਜੋ ਆਪਣੇ ਅੰਦਰ ਬੈਠੇ ਪ੍ਰਮਾਤਮਾ ਨੂੰ ਪਾ ਲੈਂਦਾ ਆ ਐਸੇ ਜੀਵ ਦੇ ਨਾਲ। ਤੇ ਹੇ ਜੀਵ, ਤੂੰ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰ ਜੋ ਤੇਰੇ ਅੰਦਰ ਬੈਠਾ ਆ। ਸਤਿਗੁਰੂ ਨਾਮਦੇਵ ਮਹਾਰਾਜ ਜੀ ਫਰਮਾਉਂਦੇ ਨੇ, ਏਕ ਅਨੇਕ ਵਿਆਪਕ ਪੂਰਕ ਜਦ ਦੇਖੋ ਤਦ ਸੋਈ। ਏਕ ਅਨੇਕ ਵਿਆਪਕ ਪੂਰਨ ਜਦ ਦੇਖੋ ਤਦ ਸੋਈ। ਸਤਿਗੁਰੂ ਨਾਮਦੇਵ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਪੂਰਨ ਪਰਮਾਤਮਾ ਇੱਕ ਤੋਂ ਅਨੇਕ ਰੂਪ ਧਾਰਨ ਕਰਕੇ ਸਾਰੇ ਸੰਸਾਰ ਦੇ ਵਿੱਚ ਵਿਆਪਕ ਹੈ। ਤੇ ਜਿੱਧਰ ਵੀ ਦੇਖਦਾ ਸਾਧ ਸੰਗਤ ਜੀ, ਮੈਨੂੰ ਪ੍ਰਮਾਤਮਾ ਹੀ ਨਜ਼ਰ ਆਉਂਦਾ। ਸਭ ਮੇਂ ਹਰ ਹੈ, ਹਰ ਮੇਂ ਸਭ ਹੈ, ਹਰ ਆਪਨੋ ਜਿਨ ਜਾਨਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿ ਭਾਈ ਜੋ ਸੱਚ ਦੇ ਮਾਰਗ ਤੇ ਚੱਲਦਾ ਆ, ਤੇ ਜਦੋਂ ਜੀਵ ਨੂੰ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਹੁੰਦੇ ਨੇ, ਫਿਰ ਉਸ ਨੂੰ ਸਮਝ ਆਉਂਦਾ ਭਾਈ ਹਰ ਇਨਸਾਨ ਦੇ ਵਿੱਚ ਪ੍ਰਮਾਤਮਾ ਬੈਠਾ ਆ। ਸੱਚ ਦੇ ਮਾਰਗ ਤੇ ਚੱਲਣ ਵਾਲੇ ਨੂੰ ਸਾਧ ਸੰਗਤ ਜੀ ਹਰ ਜੀਵ ਦੇ ਵਿੱਚ ਪ੍ਰਮਾਤਮਾ ਦਿਖਾਈ ਦਿੰਦਾ ਆ। ਐਸੇ ਲਈ ਨਾ ਤਾਂ ਉਹ ਕਿਸੇ ਦਾ ਬੁਰਾ ਸੋਚਦੇ ਨੇ, ਨਾ ਉਹ ਕਿਸੇ ਦਾ ਬੁਰਾ ਕਰਦੇ ਨੇ। ਸਾਧ ਸੰਗਤ ਜੀ, ਉਹਨਾਂ ਲਈ ਹਰ ਜੀਵ ਬਰਾਬਰ ਹੈ। ਚਾਹੇ ਕੋਈ ਮਾੜੀ ਸੰਗਤ ਵਾਲਾ ਹੋਵੇ, ਪ੍ਰਮਾਤਮਾ ਨਾਲ ਜੁੜਿਆ ਜੋ ਜੀਵ ਆ, ਉਸ ਲਈ ਵੀ ਅਰਦਾਸਾਂ ਬੇਨਤੀਆਂ ਕਰਦਾ ਹੈ ਪ੍ਰਮਾਤਮਾ ਇਸ ਨੂੰ ਵੀ ਸਤ ਬੁੱਧੀ ਦੇਵੇ। ਜਾ ਕੇ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ, ਤਾਸ ਕੀ ਜਾਤ ਅਛਿਪ ਛੋਪ ਛਿਪਾ। ਅੱਗੇ ਸਤਿਗੁਰ ਜੀ ਸਮਝਾਣਾ ਕਰਦੇ ਨੇ ਕਿ ਭਾਈ ਸਤਿਗੁਰ ਨਾਮਦੇਵ ਮਹਾਰਾਜ ਜੀ ਦੇ ਜੀਵਨ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਦੇਖੀ ਜਾ ਸਕਦੀ ਹੈ।
ਕਿ ਭਾਈ ਉਹਨਾਂ ਨੇ ਵੀ ਅਡੰਬਰਾ ਪਖੰਡਾਂ ਨੂੰ ਤਿਆਗਿਆ। ਉਹਨਾਂ ਨੇ ਜੀਵਾਂ ਨੂੰ ਵੀ ਬੇਨਤੀ ਕੀਤੀ ਕਿ ਭਾਈ ਅਡੰਬਰ ਤੇ ਪਖੰਡ ਨੇ ਉਹ ਅਸੀਂ ਤਿਆਗਣੇ ਨੇ। ਤੇ ਸਾਧ ਸੰਗਤ ਜੀ, ਸਤਿਗੁਰੂ ਨਾਮਦੇਵ ਮਹਾਰਾਜ ਜੀ ਦੀ ਉਦਾਹਰਨਾਂ ਦੇ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਲੋਕ ਉਹਨਾਂ ਨੂੰ ਨੀਵੀਂ ਜਾਤੀ ਦਾ ਕਹਿ ਕੇ ਦੁਰਕਾਰਦੇ ਸਨ, ਉਹਨਾਂ ਦਾ ਅਪਮਾਨ ਕਰਦੇ ਸਨ। ਪਰ ਐਸੀ ਖੇਡ ਬਣੀ ਸਾਧ ਸੰਗਤ ਜੀ, ਐਸੀ ਲਾਲ ਤੁਧ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ। ਕਿ ਜਦੋਂ ਸਤਿਗੁਰੂ ਨਾਮਦੇਵ ਮਹਾਰਾਜ ਜੀ ਨੂੰ ਸੱਚ ਦੀ ਪ੍ਰਾਪਤੀ ਹੋਈ, ਆਪਣੇ ਅੰਦਰੋਂ ਪ੍ਰਮਾਤਮਾ ਦੀ ਪ੍ਰਾਪਤੀ ਹੋਈ, ਫਿਰ ਸਾਧ ਸੰਗਤ ਜੀ ਸੰਸਾਰ ਨੂੰ ਉਹਨਾਂ ਦੀ ਸੱਚਾਈ ਪਤਾ ਲੱਗੀ। ਤੇ ਇਹ ਵੀ ਪਤਾ ਲੱਗਿਆ ਕਿ ਭਾਈ ਪ੍ਰਮਾਤਮਾ ਜਾਤਾਂ ਪਾਤਾਂ ਦੇ ਵਿੱਚ ਨਹੀਂ ਜੇ ਵੰਡਿਆ ਹੋਇਆ। ਇਹ ਜੋ ਅਸੀਂ ਜਾਤਾਂ ਪਾਤਾਂ ਬਣਾਈਆਂ ਨੇ ਸਾਧ ਸੰਗਤ ਜੀ, ਇਹ ਸੰਸਾਰਿਕ ਜਾਤਾਂ ਪਾਤਾਂ ਨੇ। ਉਹ ਪ੍ਰਮਾਤਮਾ ਉਸੇ ਦਾ ਹੀ ਹੋ ਜਾਂਦਾ ਜੋ ਉਸ ਨੂੰ ਪਿਆਰ ਕਰਦਾ ਆ, ਜੋ ਸੱਚ ਦੇ ਮਾਰਗ ਤੇ ਚੱਲਦਾ ਹੈ। ਤੇ ਸਾਧ ਸੰਗਤ ਜੀ, ਜਿਸ ਦੇ ਮਨ ਦੇ ਵਿੱਚ ਦਵੈਸ਼ ਆ, ਜਿਸ ਦੇ ਮਨ ਦੇ ਵਿੱਚ ਹਲਕਾ ਜਿਹਾ ਵੀ ਕੋਈ ਹੰਕਾਰ ਹੈ, ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਥੋੜਾ ਜਿਹਾ ਵੀ ਦਵੈਸ਼ ਹੋਵੇ, ਮਾੜੇ ਕਰਮ ਕਰਦਾ ਹੋਵੇ, ਊਚ ਨੀਚ ਦੀ ਭਾਵਨਾ ਹੋਵੇ, ਐਸੇ ਇਨਸਾਨ ਨੂੰ ਸੱਚ ਦੀ ਪ੍ਰਾਪਤੀ ਨਹੀਂ ਜੀ ਹੁੰਦੀ। ਤੇ ਸਤਿਗੁਰੂ ਰਾਮਦੇਵ ਮਹਾਰਾਜ ਜੀ ਦੀ ਉਦਾਹਰਨਾਂ ਦੇ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਦੇਖੋ ਕਿ ਸਮੇਂ ਦੇ ਲੋਕ, ਜੋ ਉਸ ਸਮੇਂ ਦੇ ਲੋਕ ਸਨ, ਉਹ ਉਹਨਾਂ ਦਾ ਅਪਮਾਨ ਕਰਦੇ ਸਨ ਸਤਿਗੁਰੂ ਜੀ ਦਾ। ਤੇ ਅੱਜ ਐਸੀ ਕਿਰਪਾ ਹੋਈ ਹੈ ਕਿ ਲੋਕ ਅੱਜ ਉਹਨਾਂ ਨੂੰ ਨਮਸਕਾਰਾ ਕਰਦੇ ਨੇ, ਉਹਨਾਂ ਦੀ ਜਾਤ ਕਰਕੇ ਨਹੀਂ, ਉਹਨਾਂ ਦੇ ਕਰਮ ਕਰਕੇ। ਤਾਂ ਭਾਈ ਇਹ ਸੰਸਾਰਕ ਜਾਤਾਂ ਪਾਤਾਂ ਨੇ। ਅਸੀਂ ਨਾ ਕਿਸੇ ਨੂੰ ਵੱਡਾ ਸਮਝਣਾ, ਨਾ ਕਿਸੇ ਨੂੰ ਛੋਟਾ ਸਮਝਣਾ ਹੈ। ਸਤਿਗੁਰੂ ਜੀ ਦਾ ਫਰਮਾਉਂਦੇ ਨੇ ਭਾਈ ਆਪਣੇ ਆਪ ਨੂੰ ਵੱਡਾ ਸਮਝਣਾ ਵੀ ਪਾਪ ਹੈ ਤੇ ਛੋਟਾ ਸਮਝਣਾ ਵੀ ਪਾਪ ਹੈ। ਅਸੀਂ ਉਸ ਮਾਲਕ ਦੇ ਬੱਚੇ ਹਾਂ, ਨਾ ਕੋਈ ਵੱਡਾ ਹੈ ਨਾ ਕੋਈ ਛੋਟਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਊਚ ਤੇ ਊਚ ਨਾਮਦੇਵ ਸਮਦਰਸ਼ੀ ਰਵਿਦਾਸ ਠਾਕੁਰ ਬਣੇ ਆਏ। ਕਿ ਉੱਚੇ ਤੋਂ ਉੱਚੇ ਨਾਮਦੇਵ ਜੀ ਸਮਦਰਸ਼ੀ ਸਨ ਤੇ ਰਵਿਦਾਸ ਜੀ ਪ੍ਰਮਾਤਮਾ ਦਾ ਰੂਪ ਹੈ ਕਿ ਸੰਸਾਰ ਦੇ ਵਿੱਚ ਆਏ। ਸਤਿਗੁਰੂ ਧੰਨਾ ਮਹਾਰਾਜ ਜੀ ਫਰਮਾਉਂਦੇ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨ। ਕਿ ਪ੍ਰਮਾਤਮਾ ਦਾ ਗੋਬਿੰਦ ਗੋਬਿੰਦ ਨਾਮ ਜਪ ਕੇ ਸਤਿਗੁਰੂ ਨਾਮਦੇਵ ਜੀ ਨੇ ਆਪਣੇ ਅੰਦਰੋਂ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ। ਤੇ ਜੀਵਾਂ ਨੂੰ ਵੀ ਸਮਝਾਇਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਕਿ ਸਾਧ ਸੰਗਤ ਜੀ, ਸੰਸਾਰ ਦੇ ਵਿੱਚ ਕੋਈ ਵੀ ਐਸਾ ਜੀਵ ਨਹੀਂ ਹੈ ਜਿਸ ਦੇ ਅੰਦਰ ਪ੍ਰਮਾਤਮਾ ਨਾ ਬੈਠਾ ਹੋਵੇ। ਐਸਾ ਕੋਈ ਇਨਸਾਨ ਨਹੀਂ ਹੈ ਜਿਸ ਦੇ ਅੰਦਰੋਂ ਪਰਮ ਪਿਤਾ ਪ੍ਰਮਾਤਮਾ ਦੀ ਜੋਤ ਨਾ ਜਗਦੀ ਹੋਵੇ। ਬਿਆਸ ਮੈਂ ਲੇਖੀਐ ਸਨਕ ਮੈਂ ਪੇਖੀਐ, ਨਾਮ ਕੀ ਨਾਮ ਨਾ ਸਪਤ ਦੀਪਾ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਰਿਸ਼ੀ ਵੇਦ ਵਿਆਸ ਜੀ ਦੀ ਉਦਾਹਰਨਾਂ ਦਿੰਦੇ ਨੇ ਕਿ ਭਾਈ ਉਹਨਾਂ ਨੇ ਅਨੇਕਾਂ ਗ੍ਰੰਥ ਲਿਖੇ, ਉਹਨਾਂ ਦੇ ਵਿੱਚ ਪ੍ਰਮਾਤਮਾ ਦੀ ਵਡਿਆਈ ਕੀਤੀ। ਬਿਆਸ ਵਿਚਾਰ ਕੇ ਹੋ ਪਰਮਾਰਥ ਰਾਮ ਨਾਮ ਸਰਨਾਈ। ਪਰ ਭਾਈ ਅਨੇਕਾਂ ਗ੍ਰੰਥਾਂ ਦੀ ਰਚਨਾ ਕਰਨ ਤੋਂ ਬਾਅਦ ਵੀ ਵੇਦ ਵਿਆਸ ਜੀ ਨੇ ਕਿਹਾ ਸੀ ਕਿ ਭਾਈ ਪ੍ਰਮਾਤਮਾ ਦੇ ਸਿਮਰਨ ਤੋਂ ਵੱਡਾ ਕੋਈ ਨਹੀਂ ਹੈ। ਜੋ ਇਨਸਾਨ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਜੁੜ ਜਾਂਦਾ ਸਾਧ ਸੰਗਤ ਜੀ, ਫਿਰ ਉਹਨਾਂ ਨੂੰ ਵੇਦਾਂ ਸ਼ਾਸਤਰਾਂ ਦੀ ਵੀ ਪੜ੍ਹਾਈ ਕਰਨ ਦੀ ਲੋੜ ਨਹੀਂ, ਉਸ ਨੂੰ ਆਪਣੇ ਅੰਦਰੋਂ ਹੀ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਮਹਾਨ ਵਿਦਵਾਨ ਵੇਦ ਵਿਆਸ ਜੀ ਦੇ ਲਿਖੇ ਹੋਏ ਗ੍ਰੰਥਾਂ ਵਿੱਚ ਵੀ ਉਹ ਪ੍ਰਮਾਤਮਾ ਦੀ ਵਡਿਆਈ ਹੈ। ਬ੍ਰਹਮਾ ਦੇ ਪੁੱਤਰ ਸਨਕ ਦੇ ਜੀਵਨ ਦੇ ਵਿੱਚ ਵੀ ਪ੍ਰਮਾਤਮਾ ਦੀ ਵਡਿਆਈ ਹੈ ਸਾਧ ਸੰਗਤ ਜੀ। ਭਾਵ ਉਹਨਾਂ ਦੇ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਕੀਤੀ। ਤੇ ਪ੍ਰਮਾਤਮਾ ਦੇ ਨਾਮ ਦੀ ਮਹਿਮਾ ਸੱਤ ਦੀਪਾਂ ਵਿੱਚ, ਭਾਵ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਹੋ ਰਹੀ ਹੈ ਸਾਧ ਸੰਗਤ ਜੀ। ਉਹ ਪ੍ਰਮਾਤਮਾ ਤੋਂ ਵੱਡਾ ਕੋਈ ਨਹੀਂ ਹੈ। ਤੇ ਸਤਿਗੁਰੂ ਜੀ ਪਤਾ ਕੀਤੇ ਦੱਸਦੇ ਨੇ ਕਿ ਭਾਈ ਤੇਰਾ ਘਟ ਮੈਂ ਸਿਰਜਣਹਾਰ, ਉਹ ਪ੍ਰਮਾਤਮਾ ਦੀ ਗੱਲ ਮੈਂ ਕਰਦਾ ਹਾਂ। ਕਸਤੂਰੀ ਮਿਰਗ ਪਾਸ ਹੈ ਰਹਿ ਢੂੰਡਤ ਕਾਸ ਫਿਰੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਜੋ ਪ੍ਰਮਾਤਮਾ ਤੇਰੇ ਅੰਦਰ ਬੈਠਾ ਆ, ਵੇਦ ਵਿਆਸ ਜੀ ਨੇ ਵੀ ਉਸ ਦੀ ਮਹਿਮਾ ਗਾਈ ਹੈ। ਜੋ ਪ੍ਰਮਾਤਮਾ ਤੇਰੇ ਅੰਦਰ ਬੈਠਾ ਆ, ਜਿੰਨੇ ਵੀ ਸਾਧੂ ਸੰਤ ਹੋਏ ਨੇ ਸਾਧ ਸੰਗਤ ਜੀ, ਉਸੇ ਦੀ ਹੀ ਪ੍ਰਾਪਤੀ ਕਰਨਾ ਚਾਹੁੰਦੇ ਨੇ। ਜਾ ਕੇ ਈਦ ਬਕਰੀਦ ਕੁਲ ਗਉਰੈ, ਬਦ ਕਰੈ ਮਾਨੈ ਸੇਖ ਸ਼ਹੀਦ ਪੀਰਾ। ਜਾ ਕੇ ਬਾਪ ਵੈਸੀ ਕਰੀ ਪੂਤ, ਐਸੀ ਸਰੀ ਤੁਹਰੈ ਲੋਕ ਪ੍ਰਸਿੱਧ ਕਬੀਰਾ। ਅੱਗੇ ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਉਦਾਹਰਨਾਂ ਦਿੰਦੇ ਨੇ
ਕਿ ਭਾਈ ਜਿਸ ਕਬੀਰ ਦੇ ਕੁਲ ਦੇ ਲੋਕ ਈਦ ਅਤੇ ਬਕਰੀਦ ਦੇ ਦਿਨਾਂ ਵਿੱਚ ਗਊ ਅਤੇ ਬੱਕਰੀ ਦੀ ਕੁਰਬਾਨੀ ਦੇ ਕੇ ਆਪਣੇ ਵੱਡੇ ਵਡੇਰੇ ਸ਼ੇਖ ਸ਼ਹੀਦਾਂ ਪੀਰਾਂ ਨੂੰ ਮੰਨਦੇ ਸਨ, ਉਹਨਾਂ ਦੇ ਪੁੱਤਰ ਨੇ ਪ੍ਰਮਾਤਮਾ ਦਾ ਨਾਮ ਜਪ ਕੇ ਅਜਿਹੀ ਗੱਲ ਕੀਤੀ ਕਿ ਆਪਣੇ ਵੱਡੇ ਵਡੇਰਿਆਂ ਨੂੰ ਗਊ ਅਤੇ ਬੱਕਰੀ ਮਾਰਨ ਤੋਂ ਰੋਕ ਦਿੱਤਾ। ਉਹਨਾਂ ਨੂੰ ਵਹਿਮਾਂ ਭਰਮਾਂ ਚੋਂ ਕੱਢ ਕੇ ਉਹਨਾਂ ਨੂੰ ਪ੍ਰਮਾਤਮਾ ਦੇ ਨਾਲ ਜੋੜਿਆ। ਜਾ ਕੇ ਈਦ ਬਕਰੀਦ ਕੁਲ ਗਊਰਾ, ਬਦ ਕਰੇ ਮਾਨੈ ਸੇਖ ਸ਼ਹੀਦ ਪੀਰਾ, ਜਾ ਕੇ ਬਾਪ ਵੈਸੀ ਕਰੀ ਪੂਤ, ਐਸੀ ਸਰੀ ਤਿਉ ਰਹਿ ਲੋਕ ਪ੍ਰਸਿੱਧ ਕਬੀਰਾ। ਕਿ ਭਾਈ ਜਦੋਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਅੰਦਰੋਂ ਸੱਚ ਦੀ ਪ੍ਰਾਪਤੀ ਕੀਤੀ, ਜਦੋਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੇ ਅੰਦਰੋਂ ਪ੍ਰਮਾਤਮਾ ਦੀ ਖੋਜ ਕੀਤੀ, ਫਿਰ ਆਪਣੇ ਪਰਿਵਾਰ ਨੂੰ ਸਮਝਾਇਆ, ਸਾਧ ਸੰਗਤ ਜੀ, ਆਪਣੇ ਰਿਸ਼ਤੇਦਾਰਾਂ ਨੂੰ, ਸੰਗਤਾਂ ਨੂੰ, ਜਿੱਥੋਂ ਤੱਕ ਵੀ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਪ੍ਰਚਾਰ ਕੀਤਾ, ਇਹੀ ਪ੍ਰਚਾਰ ਕੀਤਾ ਕਿ ਭਾਈ ਤੇਰੇ ਅੰਦਰ ਹੀ ਰੱਬ ਬੈਠਾ ਆ। ਅਸੀਂ ਉਸ ਦੀ ਪ੍ਰਾਪਤੀ ਕਰਨ ਦੇ ਲਈ ਸਾਨੂੰ ਕੋਈ ਵਹਿਮ ਭਰਮ ਅਡੰਬਰ ਪਖੰਡ ਕਰਨ ਦੀ ਲੋੜ ਨਹੀਂ ਹੈ। ਨਾ ਪ੍ਰਮਾਤਮਾ ਸਾਡੇ ਤੋਂ ਕੁਝ ਮੰਗਦਾ ਹੈ। ਸਾਧ ਸੰਗਤ ਜੀ, ਪ੍ਰਮਾਤਮਾ ਉਸੇ ਦਾ ਹੀ ਹੈ ਜੋ ਚੰਗੇ ਕਰਮ ਕਰਦਾ ਆ, ਜੋ ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਆ, ਹੱਥਾਂ ਨਾਲ ਕਿਰਤ ਕਮਾਈਆਂ ਕਰਦਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਉਸੇ ਦਾ ਹੀ ਹੈ। ਇਹ ਜਾਨਵਰਾਂ ਦੀ ਬਲੀ ਦੇਣ ਦੇ ਨਾਲ, ਫੁੱਲ ਬੂਟੇ ਚੜਾਉਣ ਦੇ ਨਾਲ ਉਹ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਜੀ ਹੁੰਦੀ। ਸਾਧ ਸੰਗਤ ਜੀ, ਨਾਲੇ ਇੱਕ ਗੱਲ ਵਿਚਾਰਨ ਵਾਲੀ ਹੈ ਕਿ ਜੋ ਵਸਤੂਆਂ ਪ੍ਰਮਾਤਮਾ ਨੇ, ਕੁਦਰਤ ਨੇ ਸਾਨੂੰ ਦਿੱਤੀਆਂ ਨੇ, ਉਹੀ ਵਸਤੂ ਅਸੀਂ ਉਹਨਾਂ ਨੂੰ ਵਾਪਸ ਕਰਕੇ ਉਸ ਨੂੰ ਕਿਵੇਂ ਖੁਸ਼ ਕਰ ਸਕਦੇ। ਜਿਵੇਂ ਸਾਨੂੰ ਕੋਈ ਵਸਤੂ ਦੇਵੇ, ਉਹੀ ਵਸਤੂ ਅਸੀਂ ਉਸ ਨੂੰ ਵਾਪਸ ਕਰੀਏ। ਸਾਧ ਸੰਗਤ ਜੀ, ਇਸ ਨਾਲੋਂ ਕਿਵੇਂ ਖੁਸ਼ ਹੋਏਗਾ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ, ਭਾਈ ਉਹ ਚੰਗੇ ਕਰਮਾਂ ਦੇ ਨਾਲ ਖੁਸ਼ ਹੁੰਦਾ ਹੈ। ਜਦੋਂ ਜੀਵ ਸੱਚ ਦੇ ਮਾਰਗ ਤੇ ਚੱਲਦਾ ਆ, ਆਪਣੇ ਅੰਦਰੋਂ ਸੱਚ ਦੀ ਖੋਜ ਕਰਦਾ ਹੈ, ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਉਹ ਪਰਮ ਪਿਤਾ ਪ੍ਰਮਾਤਮਾ ਫੇਰ ਖੁਸ਼ ਹੁੰਦਾ ਹੈ। ਸਤਿਗੁਰੂ ਧੰਨਾ ਜੀ ਮਹਾਰਾਜ ਜੀ ਫਰਮਾਉਂਦੇ ਨੇ, ਬੁਰਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਪਇਓ ਗੁਨੀ ਗਹੀਰਾ। ਕਿ ਭਾਈ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਬੁਰਨਾ ਤਨਨਾ ਛੱਡ ਕੇ ਪ੍ਰਮਾਤਮਾ ਦੇ ਚਰਨਾਂ ਨਾਲ ਪ੍ਰੀਤੀ ਕੀਤੀ, ਕਿ ਭਾਵ ਅਡੰਬਰਾਂ ਪਖੰਡਾਂ ਦੇ ਨਾਲ ਪ੍ਰੀਤੀ ਤੋੜ ਕੇ ਉਹ ਪਰਮ ਪਿਤਾ ਪ੍ਰਮਾਤਮਾ ਦੇ ਨਾਲ ਪ੍ਰੀਤੀ ਲਾਈ। ਉਹ ਪ੍ਰੀਤੀ ਜੋ ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ ਲਾਈ। ਤੇ ਜਿਸ ਕਬੀਰ ਨੂੰ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੂੰ ਲੋਕ ਨੀਵੀਂ ਜਾਤੀ ਦਾ ਜੁਲਾਹਾ ਕਹਿੰਦੇ ਸਨ, ਉਹ ਗੁਣਾਂ ਦਾ ਸਮੁੰਦਰ ਹੋ ਗਏ। ਅੱਜ ਵੱਡੇ ਵੱਡੇ ਪੁਜਾਰੀ ਜੋ ਜਾਤਾਂ ਪਾਤਾਂ 'ਚ ਭੇਦਭਾਵ ਕਰਦੇ ਸਨ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਨੇ, ਉਹਨਾਂ ਦੇ ਸ਼ਾਗਿਰਦ ਬਣਦੇ ਨੇ। ਸਾਧ ਸੰਗਤ ਜੀ, ਜਾ ਕੇ ਕੁਟੰਬ ਕੇ ਢੇੜ ਸਭ ਟੋਰ ਟਵੰਤਾ, ਫਿਰੈ ਅਜੂਬਾ ਨਾਰਾਸੀ ਆਸ ਪਾਸਾ, ਆਚਾਰ ਸਹਿਤ ਵਿਪਰ ਕਰੈ ਡੰਡੋਤ, ਤਿਨ ਤਨੈ ਰਵਿਦਾਸ ਦਾਸਾਂ ਦਾਸਾ। ਤੇ ਸਾਧ ਸੰਗਤ, ਜਿਸ ਪਾਵਨ ਪਵਿੱਤਰ ਸ਼ਬਦ ਦੇ ਅੰਤ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਹ ਪ੍ਰਮਾਤਮਾ ਦੀ ਵਡਿਆਈ ਕਰਦੇ ਹੋਏ ਆਪਣੇ ਜੀਵਨ ਦੇ ਬਾਰੇ ਪ੍ਰਕਾਸ਼ ਕਰਦੇ ਨੇ, ਚਾਨਣਾ ਪਾਉਂਦੇ ਨੇ ਤੇ ਫਰਮਾਉਂਦੇ ਨੇ ਕਿ ਭਾਈ ਮੇਰੀ ਕੁਲ ਦੇ ਜੋ ਲੋਕ ਅਜੇ ਤੱਕ ਬਨਾਰਸ ਦੇ ਆਲੇ ਦੁਆਲੇ ਮਰੇ ਹੋਏ ਪਸ਼ੂਆਂ ਨੂੰ ਢਾਉਂਦੇ ਫਿਰਦੇ ਨੇ, ਮੈਂ ਉਹਨਾਂ ਦਾ ਪੁੱਤਰ ਪ੍ਰਮਾਤਮਾ ਦਾ ਦਾਸਾਂ ਦਾ ਦਾਸ ਹਾਂ। ਤੇ ਪਰ ਸੱਚ ਦੇ ਮਾਰਗ ਤੇ ਚੱਲਣ ਕਰਕੇ ਜਿਹੜੇ ਲੋਕ ਮੇਰੇ ਨਾਲ ਭੇਦਭਾਵ ਕਰਦੇ ਸਨ, ਸਾਧ ਸੰਗਤ ਜੀ, ਜੋ ਲੋਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਪਮਾਨ ਕਰਦੇ ਸਨ, ਅੱਜ ਉਹਨਾਂ ਦਾ ਜੋ ਮੁਖੀ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ, ਭਾਈ ਉਹ ਸਿੱਧੇ ਲੇਟ ਕੇ ਮੈਨੂੰ ਡੰਡੋਤ ਕਰਦੇ ਨੇ। ਆਚਾਰ ਸਹਿਤ ਵਿਪਰ ਕਰੈ ਡੰਡੋਤ, ਤਿਨ ਤਨੈ ਰਵਿਦਾਸ ਦਾਸਾਂ ਦਾਸਾ। ਕਿ ਭਾਈ ਜਿਹੜੇ ਲੋਕ ਮੇਰਾ ਵਿਰੋਧ ਕਰਦੇ ਸਨ, ਮੈਨੂੰ ਨੀਵੀਂ ਜਾਤ ਦਾ ਕਹਿ ਕੇ ਮੇਰਾ ਅਪਮਾਨ ਕਰਦੇ ਸਨ, ਅੱਜ ਉਹਨਾਂ ਦਾ ਜੋ ਮੁਖੀ ਹੈ ਉਹ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ ਹੈ ਕਿ ਸੱਚ ਦੇ ਮਾਰਗ ਤੇ ਚੱਲਣ ਕਰਕੇ ਬ੍ਰਾਹਮਣਾਂ ਦਾ ਜੋ ਸਾਧ ਸੰਗਤ ਜੀ ਉਸ ਸਮੇਂ ਦਾ ਮੁਖੀ ਸੀ, ਉਹਨਾਂ ਨੇ ਸਤਿਗੁਰਾਂ ਨੂੰ ਨਮਸਕਾਰਾਂ ਕੀਤੀਆਂ, ਡੰਡੋਤ ਕੀਤੇ ਤੇ ਪੂਰੇ ਮਾਣ ਸਨਮਾਨ ਅਤੇ ਮਰਿਆਦਾ ਨਾਲ ਸਤਿਗੁਰਾਂ ਨੂੰ ਨਮਸਕਾਰ ਕੀਤੀ। ਤੇ ਸਾਧ ਸੰਗਤ ਜੀ, ਇਹੀ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਣਾ ਚਾਹੁੰਦੇ ਨੇ ਕਿ ਭਾਈ ਆਪਣੇ ਆਪ ਨੂੰ ਨੀਵਾਂ ਨਹੀਂ ਜੇ ਸਮਝਣਾ, ਤੇ ਆਪਣੇ ਆਪ ਨੂੰ ਕਿਸੇ ਤੋਂ ਵੱਡਾ ਵੀ ਨਹੀਂ ਸਮਝਣਾ। ਆਪਾਂ ਸਾਰੇ ਉਸ ਪ੍ਰਮਾਤਮਾ ਦੇ ਬੱਚੇ ਆ, ਉਸ ਮਾਲਕ ਦੇ ਸੇਵਾਦਾਰ ਹਾਂ। ਸਾਧ ਸੰਗਤ ਜੀ, ਅਸੀਂ ਬਸ ਰਲ ਮਿਲ ਕੇ ਸਤਸੰਗਤ ਮਿਲ ਰਹੀ ਹੈ, ਮਾਧੋ ਜੈਸੇ ਮਧੂਮੱਖੀ ਰਾ।
ਕਿ ਭਾਈ ਰਲ ਮਿਲ ਕੇ ਸੱਚ ਦੇ ਮਾਰਗ ਤੇ ਚੱਲਣਾ ਆ, ਫਿਰ ਇਹ ਤਾਂ ਜੋ ਸਾਡਾ ਜੋ ਜੀਵਨ ਆ ਉਹ ਸਫਲ ਹੋ ਸਕੇ। ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤ ਤੇ, ਸਾਧ ਸੰਗਤ ਪਾਈ ਪਰਮ ਗਤੇ। ਤੇ ਸਤਿਗੁਰੂ ਜੀ ਸਾਨੂੰ ਇਹ ਵੀ ਸਮਝਾਉਂਦੇ ਨੇ ਕਿ ਭਾਈ ਜਿਸ ਪ੍ਰਮਾਤਮਾ ਦੀ ਮੈਂ ਗੱਲ ਕਰਦਾ ਉਹ ਮਿਲੇਗਾ ਕਿਵੇਂ। ਤਾਂ ਸਾਧ ਸੰਗਤ ਜੀ ਸਤਿਗੁਰਾਂ ਨੇ ਸਾਨੂੰ ਇਸ ਦਾ ਜਵਾਬ ਵੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵਿੱਚ ਦਿੱਤਾ ਆ। ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤ ਤੇ, ਸਾਧ ਸੰਗਤ ਪਾਈ ਪਰਮ ਗਤੇ ਰਹਾਉ। ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਪ੍ਰਾਣਾ ਤੋਂ ਪਿਆਰਾ ਪ੍ਰਮਾਤਮਾ ਭਾਈ ਕਿਹੜੀ ਭਗਤੀ ਕਰਨ ਨਾਲ ਮਿਲਦਾ ਆ। ਤੇ ਸਾਧ ਸੰਗਤ ਜੀ ਫਿਰ ਸਾਨੂੰ ਆਪੇ ਹੀ ਜਵਾਬ ਦਿੰਦੇ ਨੇ ਕਿ ਭਾਈ ਸਾਧੂ ਸੰਤਾਂ ਦੀ ਸੰਗਤ ਕਰਨ ਦੇ ਨਾਲ, ਉਹਨਾਂ ਸੰਤਾਂ ਦੀ ਸੰਗਤ ਕਰਨ ਦੇ ਨਾਲ ਜਿਨ੍ਹਾਂ ਨੇ ਆਪਣੇ ਅੰਦਰੋਂ ਸੱਚ ਦੀ ਖੋਜ ਕੀਤੀ ਹੋਈ ਹੈ। ਜਦੋਂ ਸਾਨੂੰ ਐਸੇ ਸੰਤਾਂ ਦੀ ਸੰਗਤ ਮਿਲਦੀ ਹੈ ਸਾਧ ਸੰਗਤ ਜੀ, ਸਾਡਾ ਜੋ ਜੀਵਨ ਉਹ ਸਫਲ ਹੋ ਜਾਂਦਾ ਹੈ। ਜਿਵੇਂ ਸਤਿਗੁਰ ਬਾਬਾ ਫਰੀਦ ਮਹਾਰਾਜ ਜੀ ਫਰਮਾਉਂਦੇ ਨੇ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਅੱਲਾਹ ਬੇਲੀ। ਕਿ ਪ੍ਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ, ਮੈਨੂੰ ਸੰਗਤ ਪ੍ਰਾਪਤ ਹੋਈ ਸਾਧੂ ਸੰਤਾਂ ਦੀ, ਸੱਚੇ ਸੰਤਾਂ ਦੀ। ਤੇ ਹੁਣ ਮੇਰੀ ਉਹ ਅਵਸਥਾ, ਮੈਂ ਜਿੱਧਰ ਵੀ ਦੇਖਦਾ ਹਾਂ ਪਰਮ ਪਿਤਾ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ। ਹਰ ਜੀਵ ਦੇ ਵਿੱਚ ਉਹ ਬੈਠਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਕਿ ਭਾਈ ਸਾਧ ਸੰਗਤ ਦੀ ਮਹਿਮਾ ਬਹੁਤ ਹੈ। ਤੇ ਜਦੋਂ ਵੀ ਸਾਨੂੰ ਸਾਧੂ ਦੀ ਸੰਗਤ ਮਿਲੇ ਸਾਧ ਸੰਗਤ ਜੀ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਤੇ ਲੋਕੀ ਕਹਿੰਦੇ ਨੇ ਕਿ ਭਾਈ ਕੋਈ ਬੈਕੁੰਠ ਨਹੀਂ ਹੈ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਸੰਤਾਂ ਦੀ ਸੰਗਤ ਹੀ ਬੈਕੁੰਠ ਹੈ। ਕਹੋ ਕਬੀਰ ਇਹ ਕਹੀਏ ਕਾਏ, ਸਾਧ ਸੰਗਤ ਬੈਕੁੰਠੇ ਆਏ। ਕਿ ਭਾਈ ਜਿੱਥੇ ਸੰਤ ਬੈਠਦੇ ਨੇ, ਜਿੱਥੇ ਉਹ ਪ੍ਰਮਾਤਮਾ ਦੇ ਪਿਆਰੇ ਬੈਠ ਕੇ ਉਹ ਪ੍ਰਮਾਤਮਾ ਦੀ ਭਜਨ ਬੰਦਗੀ ਕਰਦੇ ਨੇ, ਲੋਕਾਂ ਨੂੰ ਸੱਚ ਦੇ ਰਾਹ ਤੇ ਪਾਉਂਦੇ ਨੇ, ਉਹ ਬੈਕੁੰਠੀ ਹੈ। ਤੇ ਆਓ ਸਾਧ ਸੰਗਤ ਜੀ, ਅੱਜ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਸਤਿਗੁਰੂ ਨਾਮਦੇਵ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਉਦਾਹਰਨਾਂ ਦੇ ਕੇ ਸਮਝਾਇਆ ਆ ਕਿ ਭਾਈ ਸਮਾਜ ਚਾਹੇ ਸਾਨੂੰ ਦੁਰਕਾਰੇ, ਚਾਹੇ ਸਵੀਕਾਰ ਕਰੇ, ਅਸੀਂ ਸੱਚ ਦਾ ਮਾਰਗ ਨਹੀਂ ਜੇ ਛੱਡਣਾ। ਕਿਉਂਕਿ ਸਾਧ ਸੰਗਤ ਜੀ ਸਮੇਂ-ਸਮੇਂ ਤੇ ਅਨੇਕਾਂ ਪ੍ਰਕਾਰ ਦੇ ਅਨੇਕਾਂ ਵਿਚਾਰਾਂ ਵਾਲੇ ਜੀਵ ਹੁੰਦੇ ਨੇ। ਸੱਚ ਦਾ ਜੋ ਮੁਕਾਬਲਾ ਆ ਉਹ ਝੂਠ ਦੇ ਨਾਲ ਹੋਣਾ ਹੀ ਹੁੰਦਾ। ਸਾਧ ਸੰਗਤ ਜੀ ਐਸਾ ਕੋਈ ਮਹਾਨ ਪੁਰਸ਼ ਨਹੀਂ ਹੈ ਜਿਸ ਦਾ ਵਿਰੋਧ ਨਾ ਜੇ ਹੋਇਆ ਹੋਵੇ। ਐਸਾ ਕੋਈ ਮਹਾਨ ਪੁਰਸ਼ ਨਹੀਂ ਹੈ ਜਿਸ ਨੂੰ ਸੱਚ ਦੀ ਪ੍ਰਾਪਤੀ ਆਸਾਨੀ ਨਾਲ ਹੋ ਗਈ ਹੋਵੇ। ਸਾਧ ਸੰਗਤ ਜੀ ਕਟਿਆ ਵਗਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ, ਰਵਈਏ ਸਿਉ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਕਿ ਭਾਈਓ ਮਹਿੰਗੇ ਮੁੱਲ ਦੇ ਨਾਲੋਂ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਰਸਤਾ ਵੀ ਬੜਾ ਜੰਗਲ ਵਾਂਗੂ ਪਹਾੜੀ ਹੈ। ਸਾਧ ਸੰਗਤ ਜੀ ਪਹਾੜੀ ਰਸਤਾ ਹੈ ਤੇ ਜੰਗਲ ਵਾਂਗੂ ਸੰਘਣਾ ਆ। ਤੇ ਜਦੋਂ ਅਸੀਂ ਸੱਚ ਦੇ ਮਾਰਗ ਤੇ ਚੱਲਣਾ, ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਭਾਈ ਕਿਸੇ ਦੀ ਪਰਵਾਹ ਨਹੀਂ ਜੇ ਕਰਨੀ, ਆਪ ਸੱਚ ਦੇ ਨਾਲ ਜੁੜਨਾ ਆ, ਆਪਣੇ ਬੱਚਿਆਂ ਨੂੰ ਸੱਚ ਦੇ ਨਾਲ ਜੋੜਨਾ। ਸਾਧ ਸੰਗਤ ਜੀ ਤੇ ਜਦੋਂ ਸੱਚ ਦੀ ਪ੍ਰਾਪਤੀ ਹੋਵੇ ਫਿਰ ਜੀਵਾਂ ਨੂੰ ਵੀ ਉਸ ਪਰਮ ਪਿਤਾ ਪ੍ਰਮਾਤਮਾ ਦੇ ਸੱਚ ਦੇ ਨਾਲ ਜੋੜਨਾ ਹੈ। ਕਿਉਂਕਿ ਜਦੋਂ ਅਸੀਂ ਇਸ ਸੰਸਾਰ ਤੋਂ ਜਾਣਾ ਸਾਧ ਸੰਗਤ ਜੀ ਐਸਾ ਕਰਮ ਕਰਕੇ ਜਾਈਏ ਕਿ ਜਾਣ ਲੱਗੇ ਸਾਨੂੰ ਕੋਈ ਅਫਸੋਸ ਨਾ ਜੇ ਹੋਵੇ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਕ ਲੈ ਕੇ ਜਾਏਗਾ। ਕਹੋ ਕਬੀਰ ਸੁਨੋਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਕਿ ਭਾਈ ਉਹ ਰਾਜੇ ਦੀ ਕਚਹਿਰੀ ਦੇ ਵਿੱਚ, ਉਹ ਪਰਮ ਪਿਤਾ ਪ੍ਰਮਾਤਮਾ ਦੀ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਸਾਨੂੰ ਹਾਜ਼ਰ ਕੀਤਾ ਜਾਣਾ ਹੈ। ਤੇ ਉੱਥੇ ਫਿਰ ਅਸੀਂ ਸ਼ਰਮਿੰਦਾ ਨਾ ਜੇ ਹੋਈਏ। ਤੇ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਸੰਤਾਂ ਦੀ ਸੰਗਤ ਕਰ। ਸੰਤਾਂ ਦੀ ਸੰਗਤ ਕਰਨ ਦੇ ਨਾਲ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਤੇਰੇ ਅਨੇਕਾਂ ਪਾਪ ਕੱਟੇ ਜਾਣਗੇ, ਤੈਨੂੰ ਸੱਚ ਦਾ ਮਾਰਗ ਮਿਲੇਗਾ। ਤੇ ਜਿਸ ਮਾਰਗ ਤੇ ਚੱਲ ਕੇ ਤੂੰ ਆਪਣਾ ਜੋ ਜੀਵਨ ਆ ਉਹ ਸਫਲ ਕਰ ਸਕਦਾ ਹੈ। ਕਿਉਂਕਿ ਸੰਤ ਅਨੰਤ ਹੈ ਅੰਤਰ ਨਹੀਂ। ਸਾਧ ਸੰਗਤ ਜੀ ਬਹੁਤ ਵੱਡੀ ਸੱਚਾਈ ਹੈ ਕਿ ਭਾਈ ਪਰਮ ਪਿਤਾ ਪ੍ਰਮਾਤਮਾ ਅਤੇ ਉਸਦੇ ਸੰਤਾਂ ਦੇ ਵਿੱਚ ਕੋਈ ਭੇਦ ਨਹੀਂ ਜੀ। ਜੇ ਕਿਸੇ ਨੇ ਪ੍ਰਮਾਤਮਾ ਦੇ ਦਰਸ਼ਨ ਕਰਨੇ ਹੋਣ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈ ਸੰਤ ਉਸੇ ਦਾ ਹੀ ਰੂਪ ਨੇ, ਜੋ ਸਾਨੂੰ ਆਪਣੇ ਅੰਦਰ ਬੈਠੇ ਸੱਚ ਦੇ ਨਾਲ ਜੋੜ ਰਹੇ ਨੇ, ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਜੋੜ ਰਹੇ ਨੇ। ਤੇ ਜੋ ਸਾਧੂ ਸੰਤ ਕਰਦਾ ਹੈ ਸਾਧ ਸੰਗਤ ਜੀ ਦਾ ਜੋ ਜੀਵਨ ਆ ਉਹ ਸਫਲ ਹੋ ਜਾਂਦਾ ਹੈ। ਕਹੋ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖੋ। ਕਿ ਭਾਈ ਹਰ ਕਿਸੇ ਦਾ ਹਿਸਾਬ ਕਿਤਾਬ ਹੋਣਾ।
ਤੇ ਸਾਧ ਸੰਗਤ ਜੀ ਆਓ, ਹੈ ਗੁਰਬਾਣੀ ਦਾ ਫਰਮਾਨ ਹੈ, ਸਤਿਗੁਰਾਂ ਦਾ ਫਰਮਾਨ ਹੈ ਕਿ ਭਾਈ ਜੀਵਨ ਬਾਰ-ਬਾਰ ਨਹੀਂ ਜੇ ਮਿਲਦਾ। ਅਸੀਂ ਐਸਾ ਕਰਮ ਕਰਕੇ ਜਾਈਏ ਤਾਂ ਜੋ ਸਾਡਾ ਜੀਵਨ ਉਹ ਸਫਲ ਹੋ ਸਕੇ। ਤੇ ਬੜੇ ਕਰਮਾਂ ਵਾਲੇ ਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਮਿਲੇ ਨੇ, ਜਿਨ੍ਹਾਂ ਨੇ ਸਾਨੂੰ ਕੋਈ ਵਹਿਮਾਂ ਭਰਮਾਂ ਡਮਰਾ ਪਖੰਡਾਂ 'ਚ ਨਹੀਂ ਜੇ ਪਾਇਆ। ਬੜਾ ਸਿੱਧਾ ਸਾਦਾ ਰਸਤਾ ਸਾਨੂੰ ਦਿਖਾ ਰਹੇ ਨੇ। ਜੀਭਾਂ ਸੋ ਓਂਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ ਕਹਿ ਰਵਿਦਾਸ ਵਿਚਾਰ। ਕਿ ਭਾਈ ਕੋਈ ਵੱਡੀਆਂ ਪ੍ਰਾਪਤੀਆਂ ਨਹੀਂ ਕਰਨੀਆਂ, ਨਾ ਆਪਣੇ ਸਰੀਰ ਨੂੰ ਕਸ਼ਟ ਦੇਣਾ, ਨਾ ਭੁੱਖੇ ਰਹਿਣਾ ਹੈ, ਨਾ ਨੰਗੇ ਪੈਰੀ ਚੱਲਣਾ ਸਾਧ ਸੰਗਤ ਜੀ, ਨਾ ਆਪਣੇ ਆਪ ਨੂੰ ਪੁੱਠਾ ਲਟਕਾਉਣਾ ਹੈ। ਕਰਨਾ ਕੀ ਹੈ? ਸਤਿਗੁਰੂ ਜੀ ਫਰਮਾਉਂਦੇ ਭਾਈ ਆਪਣੀ ਜ਼ਿੰਮੇਵਾਰੀਆਂ ਨਿਭਾ, ਪਰਿਵਾਰ ਦੇ ਵਿੱਚ ਰਹਿ, ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾ ਤੇ ਜੀਭਾਂ ਨਾਲੋਂ ਪ੍ਰਮਾਤਮਾ ਦਾ ਸਿਮਰਨ ਕਰ। ਉਹ ਸਾਰੀ ਦੁਨੀਆ ਦਾ ਮਾਲਕ ਤੈਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਤੇ ਕਰਮਾਂ ਵਾਲਿਆਂ ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਡੇ ਤੋਂ ਕੋਈ ਲੁਕੋ ਨਹੀਂ ਜੀ ਰੱਖਿਆ। ਐਨੇ ਮਹਾਨ ਗੁਰੂ ਸਮੇਂ ਦੇ 52 ਰਾਜੇ ਰਾਣੀਆਂ ਨੇ ਸਤਿਗੁਰਾਂ ਨੂੰ ਗੁਰੂ ਧਾਰਨ ਕੀਤਾ। ਤੇ ਇਸ ਲਈ ਉਸ ਵੇਲੇ ਸਤਿਗੁਰਾਂ ਨੂੰ ਉਪਾਧੀ ਮਿਲੀ ਸੀ ਵਿਸ਼ਵ ਗੁਰੂ ਦੀ, ਜਗਤ ਗੁਰੂ। ਇਸ ਲਈ ਅੱਜ ਅਸੀਂ ਬੜੇ ਆਦਰ ਸਨਮਾਨ ਦੇ ਨਾਲ ਗੁਰਾਂ ਨੂੰ ਪੁਕਾਰਦੇ ਹਾਂ, ਧੰਨ ਧੰਨ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ। ਤੇ ਭਾਈ ਕੱਲਾ ਗੁਰੂ ਕਹਿਣ ਨਾਲ ਨਹੀਂ ਜੇ ਬਣਨਾ, ਕੱਲਾ ਗੁਰਬਾਣੀ ਪੜਨ ਨਾਲ ਨਹੀਂ ਜੇ ਬਣਨਾ। ਜੋ ਗੁਰੂਆਂ ਨੇ ਸਾਨੂੰ ਰਸਤਾ ਦਿਖਾਇਆ ਸੀ ਸਾਧ ਸੰਗਤ ਜੀ, ਉਸ ਰਸਤੇ ਤੇ ਤੁਰਨਾ ਵੀ ਹੈ। ਜੋ ਗੁਰਬਾਣੀ ਦੇ ਵਿੱਚ ਲਿਖਿਆ ਸੀ ਪੜਨਾ ਵੀ ਹੈ, ਉਹ ਮੰਨਣਾ ਵੀ ਹੈ। ਤੇ ਜੇ ਗੁਰਬਾਣੀ ਪੜ੍ਹ ਕੇ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਹੀ ਫਸੇ ਰਵਾਂਗੇ ਸਾਧ ਸੰਗਤ ਜੀ, ਸਾਡਾ ਗੁਰਬਾਣੀ ਪੜਨ ਦਾ ਫਾਇਦਾ ਕੀ? ਆਓ ਅੰਮ੍ਰਿਤ ਵੇਲੇ ਉੱਠੀਏ, ਸਤਿਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਜਾਪ ਕਰੀਏ ਤਾਂ ਜੋ ਸਾਨੂੰ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਮਝ ਆਵੇ। ਤੇ ਜਦੋਂ ਸਮਝ ਆਵੇ ਸਾਧ ਸੰਗਤ ਜੀ, ਉਸ ਰਸਤੇ ਤੇ ਚੱਲੀਏ ਤਾਂ ਜੋ ਸਾਡਾ ਜੋ ਜੀਵਨ ਹੈ ਉਹ ਸਫਲ ਹੋ ਸਕੇ। ਜਿੰਨੇ ਵੀ ਸਾਡੇ ਮਹਾਨ ਪੁਰਸ਼ ਹੋਏ ਨੇ ਸਾਧ ਸੰਗਤ ਜੀ, ਸਭਨਾਂ ਦਾ ਇੱਕੋ ਹੀ ਫਰਮਾਨ ਸੀ ਕਿ ਭਾਈ ਆਪਣੇ ਜੀਵਨ ਨੂੰ ਸਫਲ ਕਰੋ, ਪੜੋ, ਜੁੜੋ, ਸੰਘਰਸ਼ ਕਰੋ। ਜਿਵੇਂ ਬਾਬਾ ਸਾਹਿਬ ਨੇ ਫਰਮਾਇਆ ਸੀ, ਉਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਬਾ ਸਾਹਿਬ ਤੋਂ ਪਹਿਲਾਂ ਸਾਨੂੰ ਇਹੀ ਸਮਝਾ ਕੇ ਗਏ ਸੀ। ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਨੀ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਣ ਜਾਣ। ਕਿ ਭਾਈ ਸਿੱਖਿਆ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਹੈ। ਤੇ ਸਾਧ ਸੰਗਤ ਜੀ, ਸਕੂਲਾਂ ਕਾਲਜ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ ਆਪਣੇ ਬੱਚਿਆਂ ਨੂੰ ਕਾਮਯਾਬ ਕਰਨ ਲਈ। ਆਪਣੇ ਬੱਚਿਆਂ ਨੂੰ ਮਨ ਲਗਾ ਕੇ ਪੜ੍ਹਾਓ। ਇਹੀ ਬਾਬਾ ਸਾਹਿਬ ਦਾ ਪਹਿਲਾ ਉਪਦੇਸ਼ ਸੀ, ਪੜੋ। ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਸੀ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਣ ਜਾਣ। ਤੇ ਬਾਬਾ ਸਾਹਿਬ ਦਾ ਦੂਸਰਾ ਉਪਦੇਸ਼ ਸੀ, ਜੁੜੋ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀ। ਰੱਖੇ ਭਾਈ ਸੱਚ ਨਾਲ ਆਪਸ ਵਿੱਚ ਜੁੜ ਕੇ ਰਹੋ। ਸਾਧ ਸੰਗਤ ਜੀ, ਬਹੁਤੇ ਲੋਕ ਨੇ ਜੋ ਅੱਜ ਵੀ ਜਾਤਾਂ ਪਾਤਾਂ ਦੇ ਵਿੱਚ ਫਸੇ ਹੋਏ ਨੇ, ਧਾਰਮਿਕ ਵੰਡਾਂ ਪਾਈਆਂ ਹੋਈਆਂ ਨੇ। ਬਾਬਾ ਸਾਹਿਬ ਨੇ ਵੀ ਸਾਨੂੰ ਇਹੀ ਸਮਝਾਇਆ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਉਹਨਾਂ ਤੋਂ ਪਹਿਲਾਂ ਸਾਨੂੰ ਇਹੀ ਸਮਝਾ ਕੇ ਗਏ ਕਿ ਭਾਈ ਆਪਸ ਵਿੱਚ ਜੁੜ ਕੇ ਰਹੋ। ਫੇਰ ਹੀ ਸਾਡਾ ਜੋ ਬੇਗਮਪੁਰਾ ਵਸਣਾ ਹੈ ਸਾਧ ਸੰਗਤ ਜੀ। ਜੇ ਅਸੀਂ ਜਾਤਾਂ ਪਾਤਾਂ ਦੇ ਵਿੱਚ ਫਸ ਗਏ ਤਾਂ ਫਿਰ ਬੇਗਮਪੁਰਾ ਵਸਾਏਗਾ ਕੌਣ? ਅਸੀਂ ਸਭ ਨੂੰ ਉਸ ਮਾਲਕ ਦੇ ਬੱਚੇ ਹੀ ਸਮਝਣਾ ਹੈ। ਮਨ ਤੂ ਜੋਤ ਸਰੂਪ ਹੈ। ਕਿ ਭਾਈ ਉਹ ਹਰ ਇਨਸਾਨ ਉਹ ਪ੍ਰਮਾਤਮਾ ਦੀ ਜੋਤ ਲਈ ਬੈਠਾ ਹੈ, ਕੋਈ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ ਹੈ। ਜੋ ਮਾੜੇ ਕਰਮ ਕਰਦੇ ਨੇ ਸਾਧ ਸੰਗਤ ਜੀ, ਅਸੀਂ ਉਹਨਾਂ ਨੂੰ ਸਮਝਾਣਾ ਆ। ਉਹਨਾਂ ਲਈ ਵੀ ਅਰਦਾਸ ਬੇਨਤੀ ਕਰਿਆ ਕਰੋ। ਅਸੀਂ ਨਫ਼ਰਤ ਨਹੀਂ ਜੇ ਕਰਨੀ ਨਸ਼ੇ ਕਰਨ ਵਾਲਿਆਂ ਨੂੰ, ਮਾੜੇ ਕਰਮ ਕਰਨ ਵਾਲਿਆਂ ਨੂੰ ਅਸੀਂ ਸਾਧ ਸੰਗਤ ਜੀ ਜੇ ਰੋਕਣਾ ਆ, ਅਸੀਂ ਉਹਨਾਂ ਨੂੰ ਵੀ ਸਮਝਾਈਏ, ਅਰਦਾਸਾਂ ਬੇਨਤੀਆਂ ਕਰੀਏ ਉਹਨਾਂ ਲਈ ਵੀ, ਤਾਂ ਜੋ ਸਾਧ ਸੰਗਤ ਜੀ ਜੋ ਸਾਡਾ ਜੀਵਨ ਹੈ ਉਹ ਸਫਲ ਹੋ ਸਕੇ। ਪਰ ਕਾ ਬੁਰਾ ਨਾ ਰੱਖੋ ਚੇ ਤੁਮਕੋ ਦੁੱਖ ਨਹੀਂ ਪਾਈ ਵੀ। ਤੀਸਰਾ ਜੋ ਉਪਦੇਸ਼ ਬਾਬਾ ਸਾਹਿਬ ਦਾ, ਸੰਘਰਸ਼ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ, ਪਰਾਧੀਨਤਾ ਪਾਪ ਹੈ ਜਾਣ ਲਿਓ ਰੇ ਮੀਤ, ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਸਾਧ ਸੰਗਤ ਜੀ ਕੋਈ ਪਿਆਰ ਨਹੀਂ ਕਰਦਾ, ਚਾਹੇ ਮਾਨਸਿਕ ਗੁਲਾਮੀ ਹੋਵੇ, ਵਹਿਮਾਂ ਭਰਮਾਂ ਡਮਰਾਂ ਪਖੰਡਾਂ ਦੀ, ਚਾਹੇ ਫਿਰ ਉਹ ਰਾਜਨੀਤਿਕ ਗੁਲਾਮੀ ਹੋਵੇ, ਸਮਾਜਿਕ ਗੁਲਾਮੀ ਹੋਵੇ। ਗੁਲਾਮੀ ਹਰ ਪ੍ਰਕਾਰ ਦੀ ਮਾੜੀ ਹੈ, ਪਾਪ ਹੈ। ਉਸ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਸਾਧ ਸੰਗਤ ਜੀ ਅਸੀਂ ਸੰਘਰਸ਼ ਕਰਨਾ ਆ। ਤੇ ਜਦੋਂ ਸੰਘਰਸ਼ ਕਾਮਯਾਬ ਹੋ ਗਿਆ ਫਿਰ ਸਭ ਦਾ ਹੀ ਭਲਾ ਮੰਗਣਾ ਹੈ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਬਨ ਕੋ ਅੰਨ, ਛੋਟ ਬੜੇ ਸਭ ਸੰਬਸੈ ਰਵਿਦਾਸ ਰਹਿ ਪ੍ਰਸੰਨ। ਤੇ ਸਾਧ ਸੰਗਤ ਜੀ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵਿੱਚ ਫਰਮਾਇਆ ਸੀ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਉਸ ਤੇ ਕੰਮ ਕੀਤਾ। ਉਸੇ ਬੇਗਮਪੁਰਾ ਦੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਗੱਲ ਕੀਤੀ, ਉਸੇ ਬੇਗਮਪੁਰਾ ਤੇ ਬਾਬਾ ਸਾਹਿਬ ਨੇ ਕੰਮ ਕੀਤਾ।
ਤੇ ਕਰਮਾਂ ਵਾਲਿਆਂ ਕਹਿੰਦੇ ਮਹਾਨ ਪੁਰਸ਼ ਸਾਡੇ ਰਹਿਬਰ ਹੋਏ ਨੇ ਸਾਧ ਸੰਗਤ ਜੀ। ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਸੈਨ, ਸਤਿਗੁਰੂ ਸਦਨਾ, ਸਤਿਗੁਰੂ ਤਰਲੋਚਨ ਜੀ। ਬੜੇ ਸੰਘਰਸ਼ ਕਰਨ ਵਾਲੇ ਸਾਧ ਸੰਗਤ ਜੀ, ਬੜਾ ਸੰਘਰਸ਼ ਕੀਤਾ ਤਾਂ ਅੱਜ ਸਾਡੇ ਬੱਚੇ ਆ ਉਹ ਆਨੰਦਮਈ ਅਵਸਥਾ ਦੇ ਵਿੱਚ ਨੇ, ਵੱਡੀਆਂ ਵੱਡੀਆਂ ਪੋਸਟਾਂ ਤੇ ਬੈਠੇ ਨੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੱਲਾਂ ਮਾਰ ਰਹੇ ਨੇ ਸਾਧ ਸੰਗਤ ਜੀ। ਤੇ ਆਓ ਉਹਨਾਂ ਰਹਿਬਰਾਂ ਨੂੰ ਨਮਸਕਾਰਾਂ ਕਰੀਏ, ਉਹਨਾਂ ਦੇ ਦਿਖਾਏ ਮਾਰਗ ਤੇ ਚੱਲੀਏ, ਰਲ ਮਿਲ ਕੇ ਰਹੀਏ, ਹੱਥਾਂ ਨਾਲ ਕਿਰਤ ਕਮਾਈਆਂ ਕਰੀਏ ਤੇ ਸੋਹਣ ਸਤਨਾਮ ਦਾ ਜਾਪ ਕਰਦੇ ਰਹੀਏ, ਸਭ ਦਾ ਭਲਾ ਮੰਗੀਏ। ਇੰਨੀਆਂ ਕ ਬੇਨਤੀਆਂ ਜਿਹਦੀਆਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा। ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ 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 ਸੋਹੰ ਸਤਨਾਮ। ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ। ਸਤਨਾਮ 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 ਸੋਹੰ ਸਤਨਾਮ।